पट्टां ते हत्थ फेर के ते 22,000 ਦਾ ਚੂਨਾ ਲਾ ਕੇ ਟੁਰ ਗਈ ਤੇ ਜਵਾਨ ਉੱਠ ਕੇ ਦੱਸਣ ਦੇ ਵੀ ਕਾਬਲ ਨਹੀਂ ਸੀ। ਹੈ ਵਿਚਾਰਾ ਆਟੇ ਵਾਲੀ ਮਿਲ 'ਚ ਕੰਮ ਕਰਦਾ ਸੀ। 4 ਸਾਲ ਹੋ ਗਏ ਸੀ ਇਹਨੂੰ ਆਟੇ ਵਾਲੀ ਮਿਲ 'ਚ ਕੰਮ ਕਰਦਿਆਂ। ਹਮੇਸ਼ਾ ਘਰ ਜਿਹੜਾ 2 ਮਹੀਨੇ ਬਾਅਦ ਜਾਂਦਾ ਸੀ, 2 ਮਹੀਨੇ ਦੀ ਇਕੱਠੀ ਤਨਖਾਹ ਲੈ ਕੇ ਜਾਂਦਾ ਸੀ ਕਿ ਤਾਂ ਕਿ ਘਰਦਿਆਂ ਦਾ ਕੁਝ ਬਣ ਜੇ। ਕਹਿੰਦਾ ਘਰ ਦੇ ਹਾਲਾਤ ਵੀ ਬੜੇ ਟਾਈਟ ਸੀ। ਅਈਏ ਮੇਰੀ ਸ਼ਾਦੀ ਕੋਈ ਨਹੀਂ ਸੀ ਹੋਈ, 35 ਸਾਲ ਮੇਰੀ ਉਮਰ ਹੋ ਗਈ ਸੀ। ਕਹਿੰਦਾ ਇਸ ਵਾਰੀ ਮੈਂ ਸੋਚਿਆ ਸੀ ਕਿ 4 ਮਹੀਨੇ ਬਾਅਦ ਹੀ ਘਰ ਜਾਵਾਂਗਾ। 4 ਤਨਖਾਹਾਂ ਇਕੱਠੀਆਂ ਕਰਕੇ ਕਹਿੰਦਾ ਮੈਂ 4 ਤਨਖਾਹਾਂ ਜਿਹੜੀਆਂ ਨੇ ਉਹ ਇਕੱਠੀਆਂ ਕੀਤੀਆਂ ਸੀ। ਅੱਗੂ ਕਹਿੰਦਾ ਮੈਂ ਧੋਬੀ ਕੋਲੋਂ ਕੱਪੜੇ ਛਪੜੇ ਧੁਆਏ। ਕਹਿੰਦਾ ਚੰਗਾ ਸੋਹਣਾ ਤਿਆਰ ਹੋਇਆ, ਮੁੱਛਾਂ ਨੂੰ ਵਾਟ ਛੱਡ ਦੇ ਕੇ ਤੇ ਕਹਿੰਦਾ ਮੈਂ ਉੱਥੋਂ ਨਿਕਲਿਆ। ਕਹਿੰਦਾ ਮੈਂ ਰਾਹ 'ਚੋਂ ਕੇਲਾ ਲੈ ਲਿਆ ਕਿ ਚਲੋ ਗੱਡੀ 'ਚ ਬਹਿ ਕੇ ਥੋੜਾ ਕੇਲਾ ਖਾ ਲਾਂਗਾ। ਉਹ ਤੇ ਮਜ਼ਦੂਰੀ ਕਰ ਕਰਕੇ ਕਹਿੰਦਾ ਮੱਤ ਵੱਜੀ ਸੀ। ਕਹਿੰਦਾ ਜਿਉਂ ਹੀ ਮੈਂ ਅੱਡੇ ਤੇ ਪਹੁੰਚਿਆ, ਆ ਕੇ ਬੈਠਾ ਤੇ ਮੇਰੇ ਨਾਲ ਇੱਕ ਬੜੀ ਸੋਹਣੀ ਕੁੜੀ ਆ ਕੇ ਬਹਿ ਗਈ। ਕਹਿੰਦਾ ਉਹਨੇ ਨਕਾਬ ਕੀਤੇ ਸੀ। ਕਹਿੰਦਾ ਬਾਰ-ਬਾਰ ਮੇਰੇ ਵੱਲ ਤੱਕੇ, ਉਹਨੇ ਮੂੰਹ ਹੀ ਮੇਰੇ ਵੱਲ ਕਰ ਲਿਆ। ਕਹਿੰਦਾ ਮੈਂ ਵੀ ਉਹਦੇ ਵੱਲ ਤੱਕਾਂ, ਮੈਨੂੰ ਇਹ ਲੱਗਾ ਕਿ ਮੈਂ ਨਹਾ ਧੋ ਕੇ ਆਇਆ, ਤਿਆਰ ਹੋ ਕੇ ਆਇਆ, ਤਾਂ ਮੇਰੇ ਵੱਲ ਤੱਕਦੀ ਹੈ ਵੀ। ਕਹਿੰਦਾ ਮੈਂ ਮੁੱਛਾਂ ਨੂੰ ਵੱਟ ਦੇਣੇ ਸ਼ੁਰੂ ਕਰ ਦਿੱਤੇ ਤੇ ਉਹਦੇ ਵੱਲ ਤੱਕਣਾ ਸ਼ੁਰੂ ਕਰ। ਕਹਿੰਦਾ ਉਹਦੀਆਂ ਅੱਖਾਂ ਜਿਹੜੀਆਂ ਬੜੀਆਂ ਮੇਰੇ ਨਾਲ ਮੈਚ ਕਰ ਰਹੀਆਂ ਸੀ। ਕਹਿੰਦਾ ਮੈਂ ਜਿਹੜਾ ਨਾ ਫਿਰ ਕੇਲਾ ਇੱਕ ਕੱਢਿਆ, ਇੱਕ ਆਪਣੇ ਹੱਥ 'ਚ ਫੜਿਆ ਤੇ ਇੱਕ ਉਹਨੂੰ ਫੜਾਇਆ। ਕਹਿੰਦਾ ਉਹਨੇ ਫਟਾਫਟ ਉਹ ਕੇਲਾ ਜਿਹੜਾ ਉਹ ਫੜ ਲਿਆ। ਕਹਿੰਦਾ ਕੇਲਾ ਫੜ ਕੇ ਤੇ ਉਹਨੇ ਨਕਾਬ ਦੇ ਵਿੱਚੋਂ ਦੀ ਉਹ ਕੇਲਾ ਖਾ ਕੇ ਤੇ ਛਿਲਕਾ ਜਿਹੜਾ ਉਹ ਸੱਟ ਦਿੱਤਾ। ਕਹਿੰਦਾ ਮੈਂ ਵੀ ਖਾਧਾ, ਮੈਨੂੰ ਪਤਾ ਲੱਗ ਗਿਆ ਕਿ ਮੇਰੀ ਸੈਟਿੰਗ ਹੋ ਗਈ ਹੈ ਇਹਦੇ ਨਾਲ, ਇਹ ਕਲਮ ਕੱਲੀ ਕੁੜੀ ਹੈ। ਕਹਿੰਦਾ ਇਤਨੀ ਦੇਰ ਨੂੰ ਵੈਗਨ ਆ ਗਈ। ਕਹਿੰਦਾ ਜਿਉਂ ਹੀ ਵੈਗਨ ਆਈ ਹੈ, ਕਹਿੰਦਾ ਉਹਨੇ ਸਮਝਿਆ ਕਿ ਅਸੀਂ ਦੋਏ ਇਕੱਠੇ ਹਾਂ। ਕਹਿੰਦਾ ਉਹਨੇ ਪਿੱਛੂ ਜਾ ਕੇ ਵੈਗਨ ਦੀ ਡਿੱਗੀ ਖੋਲੀ, ਉੱਥੋਂ ਕਹਿੰਦਾ ਸੀਟ ਦੋਹਰੀ ਕਰਕੇ ਕਹਿੰਦਾ ਜੀ ਤੁਸੀਂ ਪਿੱਛੂ ਬਹਿ ਜਾਓ। ਕਹਿੰਦਾ ਅਸੀਂ ਪਿੱਛੂ ਬਹਿ ਗਏ। ਕਹਿੰਦਾ ਮੈਂ ਜਿਹੜਾ ਨਾਲ ਬਹਿ ਗਿਆ, ਮੇਰੇ ਨਾਲ ਉਹ ਬੈਠੀ। ਕਹਿੰਦਾ ਅੱਗੋਂ 2 ਜਨਾਨੀਆਂ ਹੋਰ ਬਹਿ ਗਈਆਂ। ਕਹਿੰਦਾ ਮੇਰੇ ਨਾਲ ਉਹਦੇ ਪੱਟ ਟਕਰਾਉਣ, ਨਾਲੇ ਬਾਹਾਂ ਟਕਰਾਉਣ। ਕਹਿੰਦਾ ਮੈਨੂੰ ਤੇ ਬੜਾ ਹੀ ਮਜ਼ਾ ਆਵੇ। ਪਹਿਲੀ ਵਾਰੀ ਕੋਈ ਕੁੜੀ ਜਿਹੜੀ ਹੈ ਮੇਰੇ ਨਾਲ ਇਸ ਤਰ੍ਹਾਂ ਜੁੜ ਕੇ ਬੈਠੀ ਸੀ। ਕਹਿੰਦਾ ਬੜਾ ਮਜ਼ਾ ਪਿਆ ਆਉਂਦਾ ਸੀ। ਕਹਿੰਦਾ ਅੱਧਾ ਕੁ ਘੰਟਾ ਆਈਏ ਵੈਗਨ ਉੱਥੇ ਹੀ ਖਲੋਤੀ ਰਹੀ ਹੈ, ਸਵਾਰੀਆਂ ਪੂਰੀਆਂ ਕੋਈ ਨਹੀਂ ਸੀ। ਗਰਮੀ ਬਹੁਤ ਹੈ, ਬਾਰ-ਬਾਰ ਇੰਝ ਹੀ ਕਰਦੀ ਸੀ ਕਿ ਗਰਮੀ ਬਹੁਤ ਹੈ। ਕਹਿੰਦਾ ਮੈਂ ਜਿਹੜਾ ਨਾ ਬੜਾ ਉਹਦੇ ਵੱਲ ਤੱਕਦਾ ਸੀ, ਮੇਰਾ ਦਿਲ ਕਰਦਾ ਸੀ ਕਿ ਫਟੋ-ਫਟ ਉਹਨੂੰ ਮੈਂ ਕਲਾਵਾ ਮਾਰ ਲਾਂ। ਕਹਿੰਦਾ ਵਿਆਹ ਜੇ ਨਹੀਂ ਸੀ ਹੋਇਆ, ਜ਼ਾਹਿਰੀ ਗੱਲ ਹੈ ਦਿਲ ਜੇ ਬੜਾ ਕਰਦਾ ਸੀ। ਕਹਿੰਦਾ ਪਰ ਜਿਸ ਵੇਲੇ ਸਵਾਰੀਆਂ ਪੂਰੀਆਂ ਹੋਈਆਂ ਨੇ, ਉਹਨੇ ਵੈਗਨ ਟੋਰੀ। ਕਹਿੰਦਾ ਅੱਧਾ ਕੁ ਘੰਟਾ ਵੈਗਨ ਟੂਰੀ ਹੋਣੀ ਹੈ। ਰਾਹ 'ਚ ਜਿਹੜਾ ਕਹਿੰਦਾ ਸੀ ਇੱਕ ਦੂਜੇ ਨਾਲ ਹੱਥ ਜਿਹੜਾ ਟਕਰਾਣੇ ਸ਼ੁਰੂ ਕਰ ਦਿੱਤੇ ਸੀ ਤੇ ਪੱਟ ਜਿਹੜਾ ਬਿਲਕੁਲ ਨਾਲ ਜੁੜ ਗਏ ਸੀ। ਕਹਿੰਦਾ ਇਸ ਤਰ੍ਹਾਂ ਅਸੀਂ ਨਾਲ ਮਿਲੇ ਪਏ ਸਾਂ। ਕਹਿੰਦਾ ਜਿਉਂ ਹੀ ਅਗਾ ਗਈ ਹੈ ਤੇ ਨਾਲ ਜਿਹੜਾ ਉਹ ਵੈਗਨ ਦਾ ਟਾਇਰ ਫਟ ਗਿਆ ਤੇ ਉਹਨਾਂ ਉੱਥੇ ਹੀ ਖਿਲਾ ਲਈ ਕਿਨਾਰੇ ਤੇ। ਕਹਿੰਦਾ ਸਾਰੀਆਂ ਸਵਾਰੀਆਂ ਥੱਲੇ ਲੈ ਗਈਆਂ, ਮੈਂ ਤੇ ਉਹ ਕੋਨਾ ਲੱਥੇ ਥੱਲੇ। ਕਹਿੰਦਾ ਮੇਰਾ ਦਿਲ ਹੀ ਨਾ ਕਰੇ ਕਿ ਮੇਰੇ ਨਾਲ ਪਿੱਛਾ ਅਟੇ। ਕਹਿੰਦਾ ਇਤਨੀ ਦੇਰ ਨੂੰ ਕਨੈਕਟਰ ਆਇਆ ਕਿ ਭਾਈ ਜੀ ਤੁਸੀਂ ਵੀ ਥੱਲੇ ਆ ਜਾਓ, ਇਤਨੀ ਗਰਮੀ ਹੈ, ਕਿਉਂ ਵਾਟ ਵਿੱਚ ਬੈਠੇ ਹੋ। ਕਹਿੰਦਾ ਉਹਨੂੰ ਤੈਨੂੰ ਸੀ ਨਾ ਪਤਾ ਕਿ ਸਾਡੀ ਕੀ ਸੂਰਤ ਹਾਲ ਹੈ। ਬਹਰਹਾਲ ਕਹਿੰਦਾ ਮੈਂ ਜਿਸ ਟਾਈਮ ਫਿਰ ਥੱਲੇ ਲੱਥਾ, ਕਹਿੰਦਾ ਨਾਲ ਹੀ ਪਰਾ ਖੋਖਾ ਸੀ। ਕਹਿੰਦਾ ਮੈਂ ਖੋਖੇ ਤੇ ਉੱਥੇ ਗਿਆ, ਜਾ ਕੇ ਉਹਨੂੰ ਪੁੱਛਿਆ ਜੂਸ ਪੀਣਾ। ਕਹਿੰਦੀ ਹੈ ਜੀ। ਕਹਿੰਦਾ ਮੈਂ ਜੂਸ ਲਿਆ ਉਹਦੇ ਵਾਸਤੇ, ਨਾਲ ਆਪਣੇ ਵਾਸਤੇ ਵੀ ਲਿਆ, ਕੋਈ ਥੋੜੀ ਬਹੁਤ ਚੀਜ਼ ਲਈ। ਕਹਿੰਦਾ ਉਹ ਖਾਣ ਲੱਗ ਪਏ। ਮੈਨੂੰ ਪਤਾ ਲੱਗ ਗਿਆ ਕਿ ਇਹਦੇ ਨਾਲ ਮੇਰੀ ਸੈਟਿੰਗ ਹੋ ਗਈ ਹੈ। ਕਹਿੰਦਾ ਯੋਰ ਮੈਂ ਕੋਈ ਗੱਲ ਨਹੀਂ ਸੀ ਕੀਤੀ, ਮੈਂ ਝੱਕ ਰਿਹਾ ਸਾਂ ਕਿਉਂਕਿ ਮੇਰੀ ਪਹਿਲੀ ਵਾਰ ਸੀ। ਕਹਿੰਦਾ ਉਹਨੂੰ ਖਵਾਲ ਪਿਆਲ ਕੇ ਫਿਰ ਉਰਾ ਵੈਗਨ ਕੋਲ ਅਸੀਂ ਆ ਗਏ ਉੱਥੇ। ਕਹਿੰਦਾ ਉਹਨਾਂ ਟਾਇਰ ਸ਼ਾਇਰ ਲਿਆਂਦਾ, ਲਿਆ ਕੇ ਉਹਨਾਂ ਚੇਂਜ ਕੀਤਾ। ਕਹਿੰਦਾ ਅਸੀਂ ਫਿਰ ਜਿਸਲੇ ਵਿੱਚ ਬੈਠੇ, ਫਿਰ ਉਹ ਮੇਰੇ ਨਾਲ ਐਸੇ ਤਰ੍ਹਾਂ ਹੀ ਬੈਠੀ। ਕਹਿੰਦਾ ਨਾਲ ਹੀ ਪੋਲਾ ਜਿਹਾ ਜਿਹੜਾ ਨਾ ਉਹਨੇ ਮੇਰੇ ਪੱਟ ਤੇ ਹੱਥ ਰੱਖਿਆ। ਕਹਿੰਦਾ ਮੈਨੂੰ ਤੇ ਇੰਝ ਲੱਗਾ ਕਿ ਮੈਨੂੰ ਕਰੰਟ ਹੀ ਲੱਗ ਗਿਆ। ਬਹਰਹਾਲ ਕਹਿੰਦਾ ਇਸ ਤਰ੍ਹਾਂ ਜੁੜ ਕੇ ਬੈਠੀ ਸੀ। ਬਹਰਹਾਲ ਕਹਿੰਦਾ ਟੁਰਦੇ ਗਏ ਆਸਤਾ ਆਸਤਾ। ਕਹਿੰਦਾ ਉਹਨੇ ਮੇਰਾ ਜਿਹੜਾ ਨਾ ਕਮੀਜ਼ ਦੇ ਪੱਲੇ ਥੱਲੇ ਉੱਤੇ ਜਿਹੜਾ ਨਾ ਹੱਥ ਜਿਹੜਾ ਉੱਥੇ ਲੈ ਗਈ ਸੀ। ਕਹਿੰਦਾ ਮੈਨੂੰ ਤਾਂ ਇੰਝ ਲੱਗਾ ਕਿ ਮੇਰੀਆਂ ਅੱਖਾਂ ਹੀ ਬੰਦ ਹੋ ਗਈਆਂ ਨੇ। ਕਹਿੰਦਾ ਮੈਂ ਇਸ ਵੇਲੇ ਉਹਦੇ ਹਾਲਾਤ ਖੜਿਆ ਤੇ ਉਹ ਮੇਰਾ ਹੱਥ ਬਾਰ-ਬਾਰ ਪਰਾਂ ਕਰ ਦਿੰਦੇ ਸੀ, ਹਾਲੇ ਉਹਦੇ ਮੈਂ ਪੱਟ ਤੇ ਹੱਥ ਰੱਖਿਆ ਸੀ। ਕਹਿੰਦਾ ਮੈਂ ਆਪਣੀਆਂ ਅੱਖਾਂ ਬੰਦ ਕਰਕੇ ਤੇ ਪਰਾਂ ਜਿਹੜਾ ਉਹਦੇ ਮੋਢੇ ਤੇ ਸੱਟ ਲਿਆ, ਆਪਣਾ ਸਿਰ ਤਾਂ ਕਿ ਇਸ ਤਰ੍ਹਾਂ ਹੀ ਜਿਹੜਾ ਮੇਰੀ ਜ਼ਿੰਦਗੀ ਗੁਜ਼ਰ ਜੇ, ਮੈਂ ਤੇ ਹੋਰ ਕਿਧਰੇ ਵੀ ਨਾ ਜਾ। ਕਹਿੰਦਾ ਬਹਰਹਾਲ ਨਾ ਉਹ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਨਾ ਮੇਰੇ ਨਾਲ ਲੱਗੀ ਸੀ, ਇਸ ਤਰ੍ਹਾਂ ਗੱਪ ਸ਼ੱਪ ਲਾਉਣ। ਕਹਿੰਦਾ ਪੂਰਾ ਅਸੀਂ ਨਾ ਇੰਜੋਏ ਕਰ ਰਹੇ ਸਾਂ। ਕਹਿੰਦਾ ਮੈਨੂੰ ਪਤਾ ਵੀ ਨਾ ਲੱਗਾ, ਯਕਦਮ ਮੇਰੀਆਂ ਅੱਖਾਂ ਹੀ ਪੁੱਠੀਆਂ ਹੋ ਗਈਆਂ। ਕਹਿੰਦਾ ਮੈਨੂੰ ਪਤਾ ਹੀ ਕੋਨਾ ਲੱਗਾ, ਯਕਦਮ ਮੇਰੀਆਂ ਅੱਖਾਂ ਹੀ ਪੁੱਠੀਆਂ ਹੋ ਗਈਆਂ। ਕਹਿੰਦਾ ਉਸ ਤੋਂ ਬਾਅਦ ਜਿਸਲੇ ਫਿਰ ਅੱਖਾਂ ਖੁੱਲੀਆਂ, ਜ਼ਾਹਿਰੀ ਗੱਲ ਹੈ ਕਹਿੰਦਾ ਨਾਲ ਹੀ ਬੈਠੀ ਤੇ ਬਾਰ-ਬਾਰ ਮੈਨੂੰ ਇੰਝ ਕਰਕੇ ਮੁੰਡੇ ਮਾਰੇ ਹੈ। ਕਹਿੰਦਾ ਮੈਂ ਬਹਰਹਾਲ ਫਿਰ ਅੱਗੋਂ ਚੁੱਪ ਕਰਕੇ ਉਹਦੇ ਵੱਲ ਤੱਕਣ ਲੱਗ ਪਿਆ। ਕਹਿੰਦਾ ਜਿਸ ਵੇਲੇ ਤਕਰੀਬਨ 1.5 ਕੁ ਘੰਟਾ ਗੁਜ਼ਰਿਆ ਨਾ, ਕਹਿੰਦਾ 1.5 ਕੁ ਘੰਟੇ ਬਾਅਦ ਜਿਸ ਵੇਲੇ ਉਹਨੇ ਆਖਿਆ ਕਿ ਭਾਈ ਮੈਨੂੰ ਇੱਥੇ ਲਾ ਦਿਓ। ਕਹਿੰਦਾ ਮੇਰਾ ਵੀ ਥੋੜਾ ਖੁਮਾਰ ਲੈ ਗਿਆ ਸੀ। ਕਹਿੰਦਾ ਉਹ ਜਿਹੜਾ ਉਹ ਲੈ ਗਈ ਉੱਥੇ ਥੱਲੇ ਤੇ ਮੈਂ ਕੋਨਾ ਲੱਥਾ। ਕਹਿੰਦਾ ਮੈਂ ਉੱਠਣਾ ਸੀ ਤੇ ਤਾਂ ਹੀ ਨਾ। ਕਹਿੰਦਾ ਭਾਈ ਜੀ ਤੁਸਾਂ ਨਹੀਂ ਲੈਣਾ। ਕਹਿੰਦਾ ਮੈਂ ਕਿਹਾ ਨਹੀਂ ਮੈਂ
ਅੱਗੇ ਜਾਣਾ ਤੂੰ ਚੱਲ। ਕਹਿੰਦਾ ਬਹਰਹਾਲ ਨਾ ਉਹਨੇ ਵੈਗਨ ਦਾ ਫਿਰ ਦਰਵਾਜ਼ਾ ਬੰਦ ਕੀਤਾ ਤੇ ਕਹਿੰਦਾ ਟੁਰ ਪਈ। ਕਹਿੰਦਾ ਉਹ ਉੱਥੇ ਲੈ ਗਈ ਸੀ। ਕਹਿੰਦਾ ਜਿਉਂ ਹੀ ਸਾਡਾ ਸਟਾਪ ਹੋਇਆ ਪਹਿਲਾਂ ਸਾਰੀਆਂ ਸਵਾਰੀਆਂ ਲੱਥੀਆਂ। ਕਹਿੰਦਾ ਉਹਨੇ ਸੀਟ ਦੋਹਰੀ ਕੀਤੀ ਸੀ ਪਿਛਲੀ। ਕਹਿੰਦਾ ਮੈਂ ਜਿਸਲੇ ਲੱਥਾ ਤੇ ਜ਼ਾਰੀ ਗੱਲ ਹੈ ਕਹਿੰਦਾ ਮੈਂ ਕਿਸੇ ਨੂੰ ਕੀ ਦੱਸਾਂ ਕਿ ਮੇਰੇ ਨਾਲ ਕੀ ਗੇਮ ਪਈ ਹੈ। ਬਹਰਹਾਲ ਕਹਿੰਦਾ ਜਿਉਂ ਹੀ ਥੋੜਾ ਟੁਰਿਆ ਤੇ ਮੈਂ ਇਹ ਸੋਚਿਆ ਕਿ ਚਲੋ ਮੈਂ ਨਾ ਕੋਈ ਫਰੂਟ ਵੀ ਘਰ ਲੈ ਜਾ। ਕਹਿੰਦਾ ਜਿਉਂ ਹੀ ਜੇਬ 'ਚ ਹੱਥ ਮਾਰਿਆ ਤੇ ਜੇਬ 'ਚ ਪੈਸੇ ਹੀ ਕੋਨਾ। ਕਹਿੰਦਾ ਮੈਂ ਕਿਹਾ ਲੈ ਮੇਰੇ ਪੈਸੇ ਕਿੱਧਰ ਗਏ ਨੇ। ਕਹਿੰਦਾ ਬੜੀ ਮੇਰੇ ਵਾਸਤੇ ਪਰੇਸ਼ਾਨੀ ਬਣ ਗਈ ਕਿ ਪੈਸੇ ਮੇਰੇ ਲੱਗਦਾ ਉਹ ਕੱਢ ਕੇ ਲੈ ਗਈ ਹੈ। ਉਹ ਤੇ ਇਹਨਾਂ ਚੱਕਰਾਂ 'ਚ ਸੀ, ਮੈਂ ਤਾਂ ਸਮਝਿਆ ਕਿ ਹੋਰ ਚੱਕਰਾਂ 'ਚ ਹੈ। ਬਹਰਹਾਲ ਕਹਿੰਦਾ ਮੈਂ ਉੱਥੇ ਰੋਣ ਪਿੱਟਣ ਲੱਗ ਪਿਆ। ਮੇਰੀ ਤੇ 4 ਮਹੀਨੇ ਦੀ ਤਨਖਾਹ ਸੀ। ਬਹਰਹਾਲ ਕਹਿੰਦਾ ਜੂ ਫਿਰ ਉੱਥੋਂ ਟੁਰਿਆ ਘਰ ਆਇਆ ਤੇ ਘਰ ਦੇ ਅੱਗੂ ਮੇਰਾ ਮੂੰਹ ਤਾਕ ਕੇ ਕਹਿੰਦਾ ਕੀ ਹੋਇਆ ਜੀ। ਕਹਿੰਦਾ ਮੈਂ ਹੈ ਦੱਸਿਆ ਸਿਰ ਮੈਂ ਵੈਗਨ 'ਚ ਬੈਠਿਆ ਸਾਂ, ਮੇਰੇ ਨਾਲ ਇੱਕ ਜਨਾਨੀ ਬੈਠੀ ਸੀ, ਉਹ ਮੇਰੇ ਪੈਸੇ ਕੱਢ ਕੇ ਲੈ ਗਈ ਹੈ। ਕਹਿੰਦਾ ਅੰਮਾ ਜੀ ਜਿਹੜਾ ਉਹ ਸਿਰ ਨੂੰ ਹੱਥ ਮਾਰਨ ਲੱਗ ਪਏ, ਉਹ ਤੂੰ 4 ਮਹੀਨੇ ਦੀ ਤਨਖਾਹ ਘਰ ਕੋ ਨਹੀਂ ਟੋਰੀ, ਤੈਨੂੰ ਆਖਿਆ ਟੋਰ ਦੇ ਤੇ ਤੂੰ ਉੱਥੇ ਜਿਹੜਾ ਜਨਾਨੀ ਨੂੰ ਕਿਸੇ ਨੂੰ ਖਵਾਏ। ਕਹਿੰਦਾ ਮੈਂ ਆਖਿਆ ਅੰਮਾ ਜੀ ਮੈਨੂੰ ਕੀ ਪਤਾ ਕਿ ਇਸ ਤਰ੍ਹਾਂ ਹੋ ਜਾਏਗਾ। ਉਹਨੇ ਆਖਿਆ ਤੇ ਹੁਣ ਅਸੀਂ ਈਦ ਕਿਸ ਤਰ੍ਹਾਂ ਕਰਾਂਗੇ, ਤੇਰੇ ਭੈਣਾਂ ਭਰਾਵਾਂ ਦੇ ਕੱਪੜੇ ਕਿੱਥੋਂ ਲਵਾਂਗੇ। ਕਹਿੰਦਾ ਮੈਂ ਆਖਿਆ ਅੰਮਾ ਜੀ ਹੁਣ ਮੈਨੂੰ ਕੀ ਪਤਾ। ਉਹਨਾਂ ਆਖਿਆ ਜਾ ਕੇ ਉਹ ਵੈਗਨ ਵਾਲੇ ਕੋਲ ਪੁੱਛ, ਹੋ ਸਕਦਾ ਕੋਈ ਪਤਾ ਲੱਗ ਜਾਏ। ਕਹਿੰਦਾ ਮੈਂ ਗਿਆ ਜਾ ਕੇ ਅੱਡੇ ਤੋਂ ਪਤਾ ਕੀਤਾ ਕਿ ਇਸ ਤਰ੍ਹਾਂ ਮੈਂ ਵੈਗਨ 'ਚ ਆਇਆ। ਉਹਨਾਂ ਆਖਿਆ ਪਤਾ ਕਰਾਨੇ ਆ। ਕਹਿੰਦਾ ਜਿਉਂ ਹੀ ਉਹ ਕੁਦਰਤੀ ਵੈਗਨ ਆ ਗਈ ਉਹਦੇ ਕੋਲ ਪੁੱਛਿਆ। ਕਹਿੰਦਾ ਜੀ ਇਸ ਤਰ੍ਹਾਂ ਦੇ ਫਰਾਡ ਤੇ ਬਹੁਤ ਜ਼ਿਆਦਾ ਬੰਦਿਆਂ ਨਾਲ ਹੋਏ ਨੇ, ਅਕਸਰ ਜਿਹੜਾ ਉਹ ਨਾਲ ਹੀ ਜਨਾਨੀਆਂ ਬਹਿ ਜਾਂਦੇ, ਸਾਨੂੰ ਕੀ ਪਤਾ ਹੋਵੇ ਫੈਮਲੀਆਂ ਇਕੱਠੀਆਂ ਨੇ ਕਿ ਲਾਦਾ ਨੇ, ਅਸੀਂ ਤਾਂ ਚੁੱਪ ਕਰਕੇ ਬਿਠਾ ਲੈਂਦੇ ਆ, ਇਹਨਾਂ ਨੂੰ ਆਪੂ ਇਹਤਿਆਤ ਕਰਨੀ ਚਾਹੀਦੀ ਹੈ। ਬਹਰਹਾਲ ਕਹਿੰਦਾ ਉਹਨਾਂ ਆਖਿਆ ਅਸੀਂ ਕੁਝ ਵੀ ਨਹੀਂ ਕਰ ਸਕਦੇ। ਕਹਿੰਦਾ ਮੈਂ ਫਿਰ ਘਰ ਵਾਪਸ ਆਇਆ, ਅੰਮਾ ਜੀ ਰੋਣ ਲੱਗ ਪਏ। ਕਹਿੰਦਾ ਪੁੱਤਰ ਕੁਝ ਕਰ, ਨਹੀਂ ਤੇ ਇਸ ਤਰ੍ਹਾਂ ਈਦ ਤੇ ਸਾਡੀ ਬਿਲਕੁਲ ਬੇਕਾਰ ਗੁਜ਼ਰੇਗੀ, ਅਸੀਂ ਤਾਂ ਤੇਰੇ ਆਸਰੇ ਤੇ ਬੈਠੇ ਸਾਂ। ਫਿਰ ਮੈਂ ਸੋਚਿਆ ਕਿ ਮੈਂ ਮਿਲ ਜਾਣਾ, ਜਾ ਕੇ ਮਾਲਕਾਂ ਨਾਲ ਗੱਲ ਕਰਨਾ ਕਿ ਮੈਨੂੰ 2-3 ਮਹੀਨੇ ਦੀ ਤਨਖਾਹ ਦੇ ਦਿਓ। ਕਹਿੰਦਾ ਫਿਰ ਮੈਂ ਟਿਕਟ ਲਈ, ਉੱਥੇ ਪਹੁੰਚਿਆ। ਕਹਿੰਦਾ ਜਾ ਕੇ ਪਹਿਲਾਂ ਤੇ ਮਾਲਕ ਉੱਥੇ ਆਈ ਕੋ ਨਹੀਂ ਸੀ। ਕਹਿੰਦਾ ਬਾਹਰ ਗੇਟ ਅੱਗੇ ਬਹਿ ਕੇ ਜਿਉਂ ਹੀ ਉਹ ਆਏ ਨੇ, ਮੈਂ ਉਹਨਾਂ ਨੂੰ ਆਖਿਆ ਕਿ ਇਸ ਤਰ੍ਹਾਂ ਮੈਨੂੰ ਤਨਖਾਹ ਦੇ ਦਿਓ, ਮੇਰੇ ਪੈਸੇ ਜਿਹੜੇ ਨੇ ਉਹ ਨਿਕਲ ਗਏ। ਉਹਨਾਂ ਆਖਿਆ ਜੀ ਅਸੀਂ ਨਹੀਂ ਦੇ ਸਕਦੇ, ਸਾਡੇ ਕੋਲ ਇਤਨਾ ਮਜ਼ਦੂਰ ਹੈ, ਜੇ ਅਸੀਂ ਪੈਸੇ ਦੇਣ ਲੱਗੀਏ ਫਿਰ ਤਾਂ ਸਾਡੀ ਪੈ ਬੈਠੀ ਪੂਰੀ। ਕਹਿੰਦਾ ਇਤਨੀ ਦੇਰ ਨੂੰ ਜਿਹੜਾ ਫੋਰਮੈਨ ਹੈ ਸਾਡਾ ਉਹ ਆ ਗਿਆ। ਮੈਨੂੰ ਕਹਿੰਦਾ ਹੈ ਕੋਨੂੰ ਗਿਆ ਘਰ। ਕਹਿੰਦਾ ਮੈਂ ਦੱਸਿਆ ਕਿ ਇਸ ਤਰ੍ਹਾਂ ਮੈਂ ਵੈਗਨ 'ਚ ਜਾਣ ਲੱਗਿਆ ਸਾਂ, ਇੱਕ ਕੁੜੀ ਨੇ ਮੇਰੇ ਨਾਲ ਫਰਾਡ ਲਾ ਲਿਆ। ਉਹਨੇ ਆਖਿਆ ਬੇਵਕੂਫਾ ਤੂੰ ਕਿਹੜਾ ਕੰਮ ਕੀਤਾ, ਤੂੰ ਉਹਦੇ ਗੱਲਾਂ 'ਚ ਆ ਗਿਆ ਸੀ। ਕਹਿੰਦਾ ਬਸ ਮੈਨੂੰ ਨਹੀਂ ਪਤਾ ਲੱਗਾ, ਮੇਰੀ ਜੇਬ 'ਚੋਂ ਪੈਸੇ ਕੱਢ ਕੇ ਲੈ ਗਈ ਹੈ। ਉਹਨੇ ਆਖਿਆ 4 ਮਹੀਨੇ ਤੇਰੀ ਤਨਖਾਹ ਸੀ। ਕਹਿੰਦਾ ਤੇ ਹੁਣ ਇੱਥੇ ਕਿਉਂ ਆਏ। ਐਸੇ ਮਾਲਕਾਂ ਨਾਲ ਗੱਲ ਕਰਨ ਆਇਆ ਸਾਂ ਕਿ ਚਲੋ 2 ਮਹੀਨੇ ਦੀ ਮੈਨੂੰ ਤਨਖਾਹ ਦੇ ਦਿਓ, ਲੇਕਿਨ ਉਹਨਾਂ ਕੋ ਨਹੀਂ ਦਿੱਤੀ। ਉਹਦਾ ਨਾ ਫਿਕਰ ਕਰ, ਜੇ ਤੈਨੂੰ ਪੈਸਿਆਂ ਦੀ ਲੋੜ ਹੈ ਤੂੰ ਮੇਰੇ ਕੋਲੋਂ ਲੈ ਜਾ, ਲੇਕਿਨ ਇੱਥੇ ਫਿਰ ਅੱਗੋਂ ਕਟਵਾ ਦੀ। ਕਹਿੰਦਾ ਮੈਨੂੰ ਜਾਣਦਾ ਸੀ ਕਿ ਮੈਂ ਬੜਾ ਮਿਹਨਤੀ ਹਾਂ, ਪੈਸੇ ਜਿਹੜਾ ਮੈਂ ਵਾਪਸ ਕਰ ਦਿਆਂਗਾ। ਕਹਿੰਦਾ ਮੈਨੂੰ ਆਂਦਾ ਚੱਲ ਮੇਰੇ ਨਾਲ। ਕਹਿੰਦਾ ਪਹਿਲਾਂ ਉਹਨੇ ਮੈਨੂੰ ਰੋਟੀ ਖਵਾ ਲਈ, ਰੋਟੀ ਖਵਾਲ ਕੇ ਤੇ ਫਿਰ ਉਸ ਤੋਂ ਬਾਅਦ ਮੈਨੂੰ ਜਿਹੜਾ ਉਹਨੇ ਪੈਸੇ ਦਿੱਤੇ 2 ਤਨਖਾਹਾਂ। ਕਹਿੰਦਾ ਮੈਂ ਲੈ ਕੇ ਜਿਸ ਵੇਲੇ ਫਿਰ ਉੱਥੋਂ ਘਰ ਆਇਆ ਹੋਸ਼ ਮੈਂ ਅੰਮਾ ਨੂੰ ਲਿਆ ਕੇ ਦਿੱਤੇ, ਲੋ ਅੰਮਾ ਜੀ ਇਹ ਤਨਖਾਹਾਂ ਮੈਂ ਲੈਣ ਦੀਆਂ ਨੇ। ਅੰਮਾ ਜੀ ਕਹਿੰਦੇ ਨੇ ਪੁੱਤਰ ਉਹ ਤੇ ਤਨਖਾਹਾਂ ਤੂੰ ਲੈਣ ਦੀਆਂ ਨੇ, ਲੇਕਿਨ ਇਹ ਸੋਚ ਅੱਗੋਂ 2 ਮਹੀਨੇ ਤੂੰ ਸਾਨੂੰ ਕੋਈ ਨਹੀਂ ਭੇਜਣੇ, ਉੱਥੇ ਮਜ਼ਦੂਰੀ ਕਰੇਗਾ ਬਿਲਕੁਲ ਫਰੀ ਵਿੱਚ, ਤੇ ਤੇਰੇ ਭੈਣਾਂ ਭਰਾਵਾਂ ਨੂੰ ਮੈਂ ਕਿੱਥੋਂ ਖਵਾ। ਕਹਿੰਦਾ ਮੈਂ ਕਿਹਾ ਅੰਮਾ ਜੀ ਮੈਂ ਹੁਣ ਕੀ ਕਰਾਂ, ਹੁਣ ਬਸ ਪੈਸੇ ਜਾਂਦੇ ਰਹੇ ਨੇ ਤੇ ਮੈਂ ਹੁਣ ਕੁਝ ਵੀ ਨਹੀਂ ਕਰ ਸਕਦਾ, ਇਸ ਵਾਸਤੇ ਮੈਨੂੰ ਗੁੱਸਾ ਨਾ ਕਰੋ। ਕਹਿੰਦਾ ਫਿਰ ਅੰਮਾ ਨੂੰ ਕੰਟਰੋਲ ਕੀਤਾ। ਮੈਂ ਹੀ ਸੋਚਿਆ ਕਿ ਕਹਿੰਦਾ ਬੜਾ ਨੁਕਸਾਨ ਹੋ ਗਿਆ ਮੇਰਾ, ਨਾ ਮੇਰਾ ਵਿਆਹ ਹੈ, ਉਤੋਂ ਜਿਹੜਾ ਜਨਾਨੀ ਨਾਲ ਬੈਠੀ ਹੈ ਉਹ ਵੀ ਮੈਨੂੰ ਜਿਹੜਾ ਫਰਾਡ ਕਰਕੇ ਨਿਕਲ ਗਈ ਹੈ। ਕਹਿੰਦਾ ਫਿਰ ਜਿਸ ਵੇਲੇ ਮਿਲ ਮੈਂ ਵਾਪਸ ਆਇਆ, ਫੋਰਮੈਨ ਮੈਨੂੰ ਬਾਰ-ਬਾਰ ਆਖਦਾ ਸੀ ਕਿ ਇਸ ਤਰ੍ਹਾਂ ਦੇ ਚੱਕਰਾਂ 'ਚ ਨਹੀਂ ਫਸੀਦਾ। ਬਹਰਹਾਲ ਕਹਿੰਦਾ ਉਹ ਮੈਨੂੰ ਓਵਰ ਟਾਈਮ ਹੋਰ ਲਵਾਉਣ ਲੱਗ ਪਿਆ। ਉਹਨੇ ਆਖਿਆ 2 ਘੰਟੇ 3 ਘੰਟੇ ਇੱਥੇ ਲਾ ਲਿਆ ਕਰ। ਕਹਿੰਦਾ ਬੜਾ ਮੈਨੂੰ ਪਸੰਦ ਕਰਦਾ ਸੀ, ਉਹਨੂੰ ਪਤਾ ਸੀ ਕਿ ਮੈਂ ਬੜਾ ਮਿਹਨਤੀ ਹਾਂ। ਕਹਿੰਦਾ ਓਵਰ ਟਾਈਮ ਉਹਨੇ ਮੈਨੂੰ ਲਵਾ ਕੇ ਤੇ ਫਿਰ ਜਿਹੜਾ ਮੇਰੇ ਪੈਸੇ ਜਿਹੜੇ ਨੇ ਉਹ ਪੂਰੇ ਕਰਾਏ। ਕਹਿੰਦਾ ਪੂਰੇ ਕਰਾ ਕੇ ਹੋ ਗਏ। ਕਹਿੰਦਾ ਮੈਨੂੰ ਨਸੀਹਤ ਹੋ ਗਈ ਕਿ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ। ਅੰਮਾ ਨੂੰ ਹਾਲਾਂਕਿ ਆਖਿਆ ਮੇਰਾ ਵਿਆਹ ਕਰਾਓ, ਲੇਕਿਨ ਉਹ ਵਿਆਹ ਨਹੀਂ ਮੇਰਾ ਕਰਾਉਂਦੇ। ਜ਼ਾਹਿਰੀ ਗੱਲ ਹੈ ਉਹਨਾਂ ਦੀਆਂ ਆਪਣੀਆਂ ਮਜਬੂਰੀਆਂ ਨੇ, ਲੇਕਿਨ ਕਹਿੰਦਾ ਮੈਂ ਇਸ ਤਰ੍ਹਾਂ ਦੇ ਚੱਕਰਾਂ 'ਚ ਫਸ ਗਿਆ ਸਾਂ। ਕਦੇ ਵੀ ਇਸ ਤਰ੍ਹਾਂ ਦੇ ਚੱਕਰਾਂ 'ਚ ਨਾ ਆਵੋ, ਕਦੇ ਕੋਈ ਵਾਰੀ ਜਨਾਨੀ ਰਾਹ 'ਚ ਲੱਭੇ ਤੇ ਉਹਨੂੰ ਲਿਫਟ ਨਾ ਦਿਓ, ਨਾ ਹੀ ਉਹਦੇ ਚੱਕਰਾਂ 'ਚ ਆਵੋ। ਇਹ ਨਾ ਹੋਵੇ ਤੁਸੀਂ ਜਨਾਨੀ ਤਾਕ ਕੇ ਤੇ ਉਹਦੇ ਚੱਕਰਾਂ 'ਚ ਆ ਜਾਓ। ਬਾਕੀ ਅਗਰ ਕੋਸ਼ਿਸ਼ ਕਰਿਆ ਕਰੋ ਮੇਰੀ ਵੀਡੀਓ ਅੱਛੀ ਲੱਗੇ ਤੇ ਲਾਈਕ ਕਰ ਦਿਆ ਕਰੋ, ਕਮੈਂਟਸ ਕਰ ਦਿਆ ਕਰੋ, ਸਬਸਕ੍ਰਾਈਬ ਕਰ ਦਿਓ ਤੇ ਦਿਲ ਖੁਸ਼ ਹੁੰਦਾ। ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ।